ਹੈਲੋ ਸਟੂਡੈਂਟਸ। ਸਾਡਾ ਅੱਜ ਦਾ ਟੌਪਿਕ ਆ ਸਾਈਕੋਲੋਜੀਕਲ ਕੰਸਟਰਕਟਸ ਆਫ ਜੈਂਡਰ। ਪਿਛਲੇ 2 ਵੀਡੀਓਜ਼ ਦੇ ਵਿੱਚ ਅਸੀਂ ਸੋਸ਼ਲ ਤੇ ਕਲਚਰਲ ਕੰਸਟਰਕਟਸ ਕੀਤੇ ਨੇ। ਅੱਜ ਸਾਡੀ ਇਹ ਸਾਈਕੋਲੋਜੀਕਲ ਕੰਸਟਰਕਟਸ ਦੇ ਉੱਤੇ ਵੀਡੀਓ ਆ, ਤਾਂ ਇਹਦੇ ਵਿੱਚ ਇਹਦਾ ਮੀਨਿੰਗ ਤੇ ਥਿਊਰੀਜ਼ ਕਰਾਂਗੇ ਅਸੀਂ। ਤਾਂ ਸਭ ਤੋਂ ਪਹਿਲਾਂ ਅਸੀਂ ਮੀਨਿੰਗ ਕਰਦੇ ਹਾਂ ਸਾਈਕੋਲੋਜੀਕਲ ਕੰਸਟਰਕਟਸ ਆਫ ਜੈਂਡਰ ਦਾ। ਸਾਈਕੋਲੋਜੀ ਇਜ਼ ਦ ਕੰਸੀਡਰ ਆਫ ਦਾ ਬਿਹੇਵੀਅਰ, ਮਾਈਂਡ ਐਂਡ ਆਲ ਹਿਊਮਨ ਕੰਡਕਟ। ਜੇ ਅਸੀਂ ਮਨੋਵਿਗਿਆਨ ਨੂੰ ਦੇਖੀਏ ਤਾਂ ਇਸ ਨੂੰ ਕੰਸੀਡਰ ਕੀਤਾ ਜਾਂਦਾ ਮਨੁੱਖ ਦੇ ਵਿਵਹਾਰ, ਉਸ ਦੇ ਮਨ ਤੇ ਉਸ ਦੇ ਜਿਹੜੇ ਨੇ ਸਾਰਾ ਹੀ ਵਰਤਾਓ ਆ ਜਿਹੜਾ ਉਸ ਦੇ ਉੱਤੋਂ ਇਸ ਨੂੰ ਕੰਸੀਡਰ ਕੀਤਾ ਜਾਂਦਾ ਹੈ। ਉਸ ਦੀ ਮਾਨਸਿਕ ਸਥਿਤੀ ਨੂੰ ਕੰਸੀਡਰ ਕੀਤਾ ਜਾਂਦਾ ਹੈ। ਐਂਡ ਇੰਡੀਵਿਜੂਅਲਸ ਬ੍ਰੇਨ ਰਿਸਰਚ ਇਜ਼ ਇਨਫਲੂਐਂਸਡ ਬਾਈ ਹਿਜ਼ ਔਰ ਹਰ ਕੰਡਕਟ ਨੇਚਰ ਐਜ਼ ਵੈਲ ਐਜ਼ ਹਿਜ਼ ਔਰ ਹਰ ਨੈਚੁਰਲ ਇੰਪੈਕਟਸ ਨਰਚਰ। ਤਾਂ ਇੱਥੇ ਅਸੀਂ ਕਹਾਂਗੇ ਕਿ ਜਿਹੜਾ ਮਨੁੱਖ ਦਾ ਦਿਮਾਗ ਆ ਉਹ ਕਿਹਦੇ ਤੋਂ ਪ੍ਰਭਾਵਿਤ ਹੁੰਦਾ, ਮਨੁੱਖ ਦੇ ਦਿਮਾਗ ਤੋਂ ਪ੍ਰਭਾਵਿਤ ਹੁੰਦਾ ਹੈ ਉਸ ਦਾ ਕੰਡਕਟ ਤੇ ਨੈਚੁਰਲ ਇਨਵਾਇਰਨਮੈਂਟ ਜਾਂ ਨੈਚੁਰਲ ਇੰਪੈਕਟ। ਦੂਸਰੇ ਦੇ ਉੱਤੇ ਇੰਪੈਕਟ ਕੀ ਪੈਂਦੇ ਨੇ ਜਦੋਂ ਸਾਡਾ ਵਿਵਹਾਰ ਅਸੀਂ ਕਰਦੇ ਹਾਂ, ਕੁਛ ਵੀ ਬਿਹੇਵੀਅਰ ਸਾਡਾ ਸ਼ੋ ਹੁੰਦਾ ਹੈ ਤਾਂ ਦੂਸਰੇ ਉੱਤੇ ਉਸ ਦੇ ਇੰਪੈਕਟ ਕੀ ਪੈਂਦੇ ਨੇ। ਸਾਈਕੋਲੋਜੀਕਲ ਵੇਰੀਏਬਲਸ ਇਨਫਲੂਐਂਸ ਜੈਂਡਰ। ਤਾਂ ਇਸ ਤਰ੍ਹਾਂ ਦੇ ਸਾਈਕੋਲੋਜੀਕਲ ਬਿਹੇਵੀਅਰ ਆ ਜਿਹੜਾ ਜਾਂ ਵੇਰੀਏਬਲਸ ਨੇ ਇਹ ਜੈਂਡਰ ਨੂੰ ਪ੍ਰਭਾਵਿਤ ਕਰਦੇ ਨੇ। ਸਾਈਕੋਲੋਜੀ ਹੈਜ਼ ਅ ਕਰੂਸ਼ੀਅਲ ਪਾਰਟ ਆਫ ਜੈਂਡਰ ਫਾਰਮੇਸ਼ਨ। ਜਿਹੜਾ ਮਨੋਵਿਗਿਆਨ ਆ ਜੈਂਡਰ ਦੀ ਫਾਰਮੇਸ਼ਨ ਦੇ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਤਾਂ ਜੈਂਡਰ ਜਦੋਂ ਸੋਸਾਇਟੀ ਬੇਸਡ ਹੁੰਦੇ ਨੇ, ਕਲਚਰਲ ਬੇਸਡ ਹੁੰਦੇ ਨੇ ਤਾਂ ਸਾਈਕੋਲੋਜੀਕਲ ਬੇਸਡ ਵੀ ਮੰਨੇ ਜਾਂਦੇ ਨੇ। ਤਾਂ ਆਪਣੇ ਇਹਨਾਂ ਹੀ ਵਿਚਾਰਾਂ ਨੂੰ ਸਾਬਿਤ ਕੀਤਾ ਹੈ ਕਾਫੀ ਸਾਰੇ ਜਿਹੜੇ ਨੇ ਸਾਈਕੋਲੋਜਿਸਟ ਜਿਨ੍ਹਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਥਿਊਰੀਜ਼ ਦਿੱਤੀਆਂ ਨੇ ਇਸ ਵਿਚਾਰ ਦੇ ਨਾਲ ਸੰਬੰਧਿਤ ਕਿ ਜੈਂਡਰ ਆ ਜਿਹੜਾ ਉਹ ਸਾਈਕੋਲੋਜੀ ਨਾਲ ਸੰਬੰਧਿਤ ਆ। ਤਾਂ ਸਭ ਤੋਂ ਪਹਿਲੀ ਥਿਊਰੀ ਅਸੀਂ ਸਕੀਮਾ ਥਿਊਰੀ ਕਰਾਂਗੇ। ਹੁਣ ਅਸੀਂ ਇਹ ਸਮਝਦੇ ਹਾਂ ਕਿ ਸਕੀਮਾ ਥਿਊਰੀ ਹੈ ਕੀ। ਅਕੋਰਡਿੰਗ ਟੂ ਦਿਸ ਥਿਊਰੀ ਚਿਲਡਰਨ ਫਸਟ form a gender identity and then form gender schema। ਤਾਂ ਸਭ ਤੋਂ ਪਹਿਲਾਂ ਜਿਹੜੇ ਬੱਚੇ ਨੇ ਉਹ ਆਪਣੀ ਜੈਂਡਰ ਆਈਡੈਂਟੀਟੀ ਪ੍ਰਾਪਤ ਕਰਦੇ ਨੇ, ਫਿਰ ਇਸ ਧਾਰਾ ਦੇ ਵਿੱਚ ਉਹਨਾਂ ਦੀ ਫਾਰਮੇਸ਼ਨ ਹੁੰਦੀ ਹੈ ਜੈਂਡਰ ਦੇ ਵਿੱਚ। A gender schema is an organized set of gender related beliefs that influence one's behavior। ਤਾਂ ਹੁਣ ਜੈਂਡਰ ਸਕੀਮਾ ਕੀ ਹੈ? ਜੈਂਡਰ ਸਕੀਮਾ ਕੀ ਹੈ? ਇੱਕ ਆਰਗੇਨਾਈਜ਼ਡ ਸੈਟ ਆ ਬਿਲੀਫਸ ਦਾ, ਜੈਂਡਰ ਰਿਲੇਟਡ ਬਿਲੀਫਸ ਦਾ, ਜਿਹੜੇ ਕਿ ਮਨੁੱਖ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਦੇ ਨੇ। ਤਾਂ ਇਹ ਥਿਊਰੀ ਹੈ ਜਿਹੜੀ ਇਹ ਦੱਸਦੀ ਆ ਕਿ ਜਿਹੜਾ ਜੈਂਡਰ ਦੇ ਜੋ ਵੀ ਆਈਡੈਂਟੀਟੀ ਹੁੰਦੀ ਹੈ ਜਾਂ ਜੋ ਵੀ ਨੋਰਮਸ ਹੁੰਦੇ ਨੇ ਜੈਂਡਰ ਨਾਲ ਸੰਬੰਧਿਤ ਉਹ ਮਨੁੱਖ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਦੇ ਨੇ। ਤਾਂ ਇੱਥੋਂ ਹੀ ਜਿਹੜਾ ਮਨੁੱਖ ਆ ਉਹ ਮਨੋਵਿਗਿਆਨਕ ਤੌਰ 'ਤੇ ਆਪਣੇ ਜੈਂਡਰ ਨੂੰ ਅਡੋਪਟ ਕਰ ਲੈਂਦਾ ਹੈ ਅਤੇ ਸਮਝ ਲੈਂਦਾ ਹੈ ਕਿ ਉਸ ਦਾ ਕਿਹੜਾ ਜੈਂਡਰ ਹੈ। ਅੱਗੇ ਸਾਡੇ ਕੋਲ ਫਰੂਇਡਸ ਸਾਈਕੋ ਐਨਾਲਿਟਿਕ ਥਿਊਰੀ। ਤਾਂ ਇਸ ਥਿਊਰੀ ਦੇ ਅਨੁਸਾਰ ਫਰੂਇਡ ਕਹਿੰਦਾ ਹੈ ਕਿ ਮੇਲਸ ਐਂਡ ਫੀਮੇਲਸ ਐਕਸਪੀਰੀਅੰਸ ਅ ਡਿਫਰੈਂਟ ਕੰਪਲੈਕਸ ਡਿਊਰਿੰਗ ਦਾ ਫੈਲਿਕ ਸਟੇਜ ਏਜਡ ਅਰਾਊਂਡ 5। ਬੱਚੇ ਨੇ ਜਿਹੜੇ ਮੇਲਸ ਹੋਣ ਚਾਹੇ ਫੀਮੇਲਸ ਹੋਣ ਉਹ ਅਲੱਗ-ਅਲੱਗ ਤਰ੍ਹਾਂ ਦੇ ਕੰਪਲੈਕਸ ਤੋਂ ਜਾਂ ਇਹ ਕਹਿ ਲਈਏ ਕ੍ਰਾਈਸਿਸ ਤੋਂ ਪ੍ਰਭਾਵਿਤ ਹੁੰਦੇ ਨੇ 5 ਸਾਲ ਦੇ ਅਰਾਊਂਡ ਦੀ ਏਜ ਤੱਕ। ਇਫ ਦਾ ਚਾਈਲਡ ਸਕਸੈਸਫੁਲੀ ਰਿਜ਼ੋਲਵਸ ਦਿਸ ਕੰਪਲੈਕਸ ਦੇ ਐਕਵਾਇਰ ਦਾ ਜੈਂਡਰ ਬਿਹੇਵੀਅਰ ਟਿਪੀਕਲੀ ਆਫ ਦੇਅਰ ਸੈਕਸ। ਤਾਂ ਜੇ ਉਹ ਇਸ ਵਿਵਹਾਰ ਤੋਂ ਸਕਸੈਸਫੁਲੀ ਨਿਕਲ ਜਾਂਦੇ ਨੇ, ਇਸ ਕੰਪਲੈਕਸ ਤੋਂ ਨਿਕਲ ਜਾਂਦੇ ਨੇ ਤਾਂ ਉਹ ਜੈਂਡਰ ਬਿਹੇਵੀਅਰ ਆ ਜਿਹੜਾ ਉਹਨੂੰ ਅਡੋਪਟ ਕਰ ਲੈਂਦੇ ਨੇ ਆਪਣੇ ਸੈਕਸ ਦੇ ਅਕੋਰਡਿੰਗ। ਟੂ
ਤਾਂ ਹੁਣ ਇੱਥੇ ਇਹਨੇ 2 ਟਾਈਪਸ ਆਫ ਕੰਪਲੈਕਸ ਦੀ ਗੱਲ ਕੀਤੀ ਆ। 2 ਤਰ੍ਹਾਂ ਦਾ ਕੰਪਲੈਕਸ ਹੁੰਦਾ। ਈਡੀਪਸ ਬॉयਜ਼, ਜਿਹਨੂੰ ਬॉयਜ਼ ਨਾਲ ਰਿਲੇਟਡ ਕੀਤਾ ਜਾਂਦਾ ਹੈ। ਇਲੈਕਟਰਾ ਜਿਹੜਾ ਗਰਲਸ ਨਾਲ ਰਿਲੇਟਡ ਹੁੰਦਾ। ਤਾਂ ਈਡੀਪਸ ਦੇ ਵਿੱਚ ਅਸੀਂ ਕਹਾਂਗੇ ਕਿ ਬॉयਜ਼ ਨੇ ਜਿਹੜੇ ਉਹ ਇਸ ਅਰਾਊਂਡ 5 ਦੀ ਏਜ ਦੇ ਵਿੱਚ ਆਪਣੇ ਮਦਰ ਤੋਂ ਜ਼ਿਆਦਾ ਜਿਹੜੇ ਅਟਰੈਕਟਿਵ ਹੁੰਦੇ ਨੇ, ਅਤੇ ਜਿਹੜੀਆਂ ਗਰਲਸ ਨੇ ਉਹ ਆਪਣੇ ਫਾਦਰ ਤੋਂ ਇੱਕ ਅਟਰੈਕਟਿਵ ਹੁੰਦੀਆਂ ਨੇ। ਤਾਂ ਇਸ ਤਰ੍ਹਾਂ ਨਾਲ ਇਹ ਕੰਪਲੈਕਸ ਨੇ ਜਿਹੜੇ ਇਹ ਹੌਲੀ 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 ਬਿਹੇਵੀਅਰ ਦਾ ਹਿੱਸਾ ਬਣ ਜਾਂਦੇ ਨੇ, ਅਤੇ ਉਸ ਤੋਂ ਬਾਅਦ ਜਿਹੜੀ ਚੇਂਜ ਆ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ। ਸਾਡੀ ਅਗਲੀ ਜਿਹੜੀ ਥਿਊਰੀ ਆ ਉਹ ਹੈਗੀ ਲਰਨਿੰਗ ਕਗਨੀਟਿਵ ਥਿਊਰੀ। ਤਾਂ ਲਰਨਿੰਗ ਕਗਨੀਟਿਵ ਥਿਊਰੀ ਆ ਜਿਹੜੀ ਉਹ ਕੀ ਕਹਿੰਦੀ ਆ, ਦਾ ਥਿਊਰੀ emphasize that parents, peers and media acts as gender appropriate models whom children base their behaviors on and who contribute to children's cognitions about gender identity। ਤਾਂ ਇਸ ਥਿਊਰੀ ਦੇ ਅਕੋਰਡਿੰਗ ਪੇਰੈਂਟਸ, ਪੀਅਰ ਗਰੁੱਪ ਅਤੇ ਮੀਡੀਆ ਇਹ ਮਹੱਤਵਪੂਰਨ ਰੋਲ ਅਦਾ ਕਰਦੇ ਨੇ। ਰੋਲ ਮਾਡਲ ਦੀ ਤਰ੍ਹਾਂ ਹੁੰਦੇ ਨੇ ਬੱਚਿਆਂ ਲਈ, ਉਹਨਾਂ ਦੇ ਬਿਹੇਵੀਅਰ ਦਾ ਬੇਸ ਬਣਦੇ ਨੇ। ਤਾਂ ਇਹ ਉਹਨਾਂ ਨੂੰ ਦਿਮਾਗੀ ਤੌਰ 'ਤੇ ਜ਼ਿਆਦਾ ਪ੍ਰਭਾਵਿਤ ਕਰਦੇ ਨੇ। ਜਿਵੇਂ ਕਹਿ ਲਓ ਕਿ ਅਸੀਂ ਕਿਸੇ ਖਾਸ ਕਰੈਕਟਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਹਾਂ, ਤਾਂ ਉਸ ਤਰ੍ਹਾਂ ਨਾਲ ਅਸੀਂ ਉਸ ਦੇ ਫੋਲੋਅਰ ਹੋ ਜਾਂਦੇ ਹਾਂ, ਜਾਂ ਉਸ ਨੂੰ ਅਸੀਂ ਰੋਲ ਮਾਡਲ ਮੰਨ ਲੈਂਦੇ ਹਾਂ, ਤਾਂ ਉਸ ਦੀ ਤਰ੍ਹਾਂ ਅਸੀਂ ਬਿਹੇਵ ਕਰਦੇ ਹਾਂ। ਫਿਰ ਹੈ ਦ ਮੇਨ way that gender behaviors are learned is through the process of observational learning। ਤਾਂ ਇੱਥੇ ਜਿਹੜੀ ਲਰਨਿੰਗ ਆਬਜ਼ਰਵੇਸ਼ਨਲ ਲਰਨਿੰਗ ਹੁੰਦੀ ਆ, ਅਤੇ ਜਿਹੜਾ ਬਿਹੇਵੀਅਰ ਆ, ਜੈਂਡਰ ਬਿਹੇਵੀਅਰ ਆ, ਉਹ ਵੀ ਸਿੱਖਿਆ ਜਾਂਦਾ ਏ। ਤਾਂ ਆਬਜ਼ਰਵੇਸ਼ਨ ਦੇ ਥਰੂ ਸਿੱਖਿਆ ਜਾਂਦੇ। ਜਿਹੜੇ ਬॉयਜ਼ ਨੇ ਉਹ ਕਿਸੇ ਹੀਰੋ ਨੂੰ ਆਪਣਾ ਰੋਲ ਮਾਡਲ ਮੰਨ ਸਕਦੇ ਨੇ, ਕਿਸੇ ਟੀਚਰ ਨੂੰ ਮੰਨ ਸਕਦੇ ਨੇ, ਆਪਣੇ ਫਾਦਰ ਨੂੰ ਹੀਰੋ ਮੰਨ ਸਕਦੇ ਨੇ। ਤਾਂ ਇਸ ਤਰ੍ਹਾਂ ਨਾਲ ਜਿਹੜੇ ਮੇਲ ਚਾਈਲਡ ਨੇ ਜਾਂ ਬॉयਜ਼ ਨੇ ਉਹਨਾਂ ਦੀ ਤਰ੍ਹਾਂ ਹੀ ਬਿਹੇਵ ਕਰਦੇ ਨੇ। ਇਸੇ ਤਰ੍ਹਾਂ ਗਰਲਸ ਦੇ ਨਾਲ ਸੰਬੰਧਿਤ ਹੁੰਦਾ ਏ, ਤਾਂ ਉਹ ਵੀ ਕਿਸੇ ਆਪਣੇ ਫੇਵਰਟ ਹੀਰੋਇਨ ਨੂੰ ਰੋਲ ਮਾਡਲ ਮੰਨ ਸਕਦੀਆਂ ਨੇ, ਜਾਂ ਆਪਣੇ ਫੇਵਰਟ ਕਿਸੇ ਵੀ ਕਰੈਕਟਰ ਨੂੰ ਰੋਲ ਮਾਡਲ ਮੰਨ ਸਕਦੀਆਂ ਨੇ, ਆਪਣੇ ਮਦਰ ਨੂੰ ਮੰਨ ਸਕਦੀਆਂ। ਤਾਂ ਉਹਦੀ ਤਰ੍ਹਾਂ ਹੀ ਉਹ ਬਿਹੇਵ ਕਰਦੀਆਂ ਨੇ। ਤਾਂ ਇਸ ਤਰ੍ਹਾਂ ਨਾਲ ਜਿਹੜਾ ਜੈਂਡਰ ਬਿਹੇਵੀਅਰ ਆ ਉਹ ਸਮਾਜ ਦੇ ਵਿੱਚ ਪਣਪਦਾ ਏ। ਅੱਗੇ ਹੈਗੀ ਕੋਗਨੀਟਿਵ ਡਿਵੈਲਪਮੈਂਟਲ ਥਿਊਰੀ। ਇਸ ਥਿਊਰੀ ਦੇ ਅਕੋਰਡਿੰਗ ਅਸੀਂ ਦੇਖਦੇ ਹਾਂ, ਜਿਵੇਂ ਹੀ ਅਸੀਂ ਬਚਪਨ ਤੋਂ ਵੱਡੇ ਹੁੰਦੇ ਹਾਂ, ਐਕਸਪੀਰੀਅੰਸ ਲੈਂਦੇ ਹਾਂ, ਸਮਾਜ ਦੇ ਵਿੱਚ ਰਹਿੰਦੇ ਹੋਏ ਦੁਨੀਆ ਦੇ ਵਿੱਚ ਐਕਸਪੀਰੀਅੰਸ ਲੈਂਦੇ ਹਾਂ। ਆਪਣੇ ਜਿਹੜੀਆਂ ਮੈਂਟਲ ਪ੍ਰੋਸੈਸਿਸ ਨੇ, ਜਾਂ ਅਸੀਂ ਇਹ ਕਹਿ ਲਓ ਕਿ ਦਿਮਾਗੀ ਹਾਲਾਤ ਨੇ ਸਾਡੇ, ਉਹਨਾਂ ਨੂੰ ਰੀਆਰਗੇਨਾਈਜ਼ ਕਰਦੇ ਹਾਂ, ਫੇਕ ਐਕਸਪੀਰੀਅੰਸ ਲੈਂਦੇ ਹਾਂ, ਜਾਂ ਉਹਨਾਂ ਨੂੰ ਫਿਰ ਅੱਗੇ ਤੋਂ ਬਣਾਉਂਦੇ ਹਾਂ। ਤਾਂ ਇਸ ਤਰ੍ਹਾਂ ਨਾਲ ਕੀ ਹੈ, ਸਾਡੀਆਂ ਸਟੇਜਿਸ ਬਣ ਜਾਂਦੀਆਂ ਨੇ ਡਿਵੈਲਪਮੈਂਟ ਦੀਆਂ। ਤਾਂ ਇਸ ਤਰ੍ਹਾਂ ਅਸੀਂ ਪ੍ਰੋਗਰੈਸ ਕਰਦੇ ਹਾਂ। ਤਾਂ ਜਦੋਂ ਹੀ ਅਸੀਂ ਬਚਪਨ ਤੋਂ ਲੈ ਕੇ ਮੈਚਿਓਰਿਟੀ ਤੱਕ ਜਿਹੜੀ ਸਟੇਜ ਆ ਉਹ ਹਾਸਿਲ ਕਰਦੇ ਹਾਂ, ਤਾਂ ਉਹਦੇ ਵਿੱਚ ਹੀ ਸਾਡਾ ਜਿਹੜਾ ਬਿਹੇਵੀਅਰ ਆ ਜੈਂਡਰ ਪ੍ਰਤੀ ਉਹ ਬਣ ਜਾਂਦਾ ਹੈ। ਤਾਂ ਇਸੇ ਤਰ੍ਹਾਂ ਇਸ ਨੂੰ ਜੈਂਡਰ ਦਾ ਬੇਸ ਮੰਨਿਆ ਜਾ ਸਕਦਾ ਹੈ। ਸਾਡੀ ਨੈਕਸਟ ਜਿਹੜੀ ਥਿਊਰੀ ਆ ਉਹ ਹੈਗੀ ਐਵੋਲੂਸ਼ਨਰੀ ਥਿਊਰੀ। ਤਾਂ ਐਵੋਲੂਸ਼ਨਰੀ ਥਿਊਰੀ ਦੇ ਵਿੱਚ ਕੀ ਆ, this approach suggests that since our genes are adaptive, they hold the key to our behavior. This approach debates that from ancient time, the male went to hunt and procure food, and the female stayed at home to rear and nurture children. This was nothing but division of labor। ਤਾਂ ਇਸ ਦੇ ਵਿੱਚ ਕੀ ਆ ਕਿ ਜਿਹੜਾ ਸਾਡਾ ਬਿਹੇਵੀਅਰ ਆ ਉਹ ਜੈਨੇਟਿਕ ਇਫੈਕਟ ਹੁੰਦਾ ਉਹਦੇ ਵਿੱਚ। ਤਾਂ ਅਸੀਂ ਜੀਨਸ ਤੋਂ ਹੀ ਅਡੋਪਟ ਕਰਦੇ ਹਾਂ ਆਪਣਾ ਬਿਹੇਵੀਅਰ, ਕਿਉਂਕਿ ਇਹਦੇ ਵਿੱਚ ਹੀ ਸਾਨੂੰ ਜਾਂ ਅਸੀਂ ਇਹ ਕਹਿ ਲੈਂਦੇ ਹਾਂ ਘਰੇਲੂ ਦੇਖਦੇ ਹੋਏ, ਫੈਮਿਲੀ ਦੇ ਵਰਕ ਦੇਖਦੇ ਹੋਏ ਅਸੀਂ ਆਪਣੇ ਵਰਕ ਦੀ ਡਿਵੀਜ਼ਨ ਕਰ ਲੈਂਦੇ ਹਾਂ। ਜਿਹੜੇ ਮੇਲ ਮੈਂਬਰ ਨੇ ਉਹ ਮੇਲ ਦੀ ਤਰ੍ਹਾਂ ਹੀ ਵਰਕ ਦਾ ਰੋਲ ਅਦਾ ਕਰਦੇ ਨੇ, ਅਤੇ ਜਿਹੜੀਆਂ ਫੀਮੇਲ ਨੇ ਉਹ ਫੀਮੇਲ ਦੀ ਤਰ੍ਹਾਂ ਹੀ
ਰੋਲ ਅਦਾ ਕਰਦੀਆਂ ਨੇ। ਜਿਸ ਤਰ੍ਹਾਂ ਇੱਥੇ ਐਗਜ਼ਾਮਪਲ ਜਿਹੜੀ ਦਿੱਤੀ ਹੋਈ ਹੈ ਕਿ ਪੁਰਾਣੇ ਸਮਿਆਂ ਤੋਂ ਹੀ ਜਿਹੜੇ ਮੇਲ ਸੀਗੇ ਉਹ ਸ਼ਿਕਾਰ ਕਰਨਾ ਅਤੇ ਫੂਡ ਦਾ ਇੰਤਜ਼ਾਮ ਕਰਨਾ ਮੇਲ ਦੇ ਹਿੱਸੇ ਆਉਂਦਾ ਸੀ, ਅਤੇ ਫੀਮੇਲ ਸੀਗੀਆਂ ਜਿਹੜੀਆਂ ਉਹ ਘਰੇ ਰਹਿੰਦੀਆਂ ਸੀ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀਆਂ ਸੀ। ਤਾਂ ਇਹ ਥਿਊਰੀ ਦੇ ਮੁਤਾਬਕ ਇਹ ਚੀਜ਼ ਕੁਛ ਨਹੀਂ ਸੀਗੀ, ਜੈਂਡਰ ਰੋਲ ਦੇ ਵਿੱਚ ਇਹ ਕੀ ਸੀਗਾ, ਇੱਕ ਡਿਵੀਜ਼ਨ ਆਫ ਲੇਬਰ ਸੀਗੀ। ਤਾਂ ਇਸੇ ਤੋਂ ਅੱਗੇ ਜੈਂਡਰ ਜਿਹੜਾ ਇਹ ਸਮਾਜ ਦੇ ਵਿੱਚ ਅੱਗੇ ਵਧਿਆ ਏ। ਫਿਰ ਹੈਗੀ ਆ ਬਾਇਓ ਸੋਸ਼ਲ ਥਿਊਰੀ। ਕਹਿੰਦਾ ਦਿਸ is an approach where nature, genetic factors and nurture, environmental factors both play a vital role in gender development। ਤਾਂ ਇਹ ਸਾਡੇ ਅੰਦਰੂਨੀ ਫੈਕਟਰ ਤੇ ਬਾਹਰੀ ਫੈਕਟਰ ਨੇ ਜਿਹੜੇ ਕਿ ਜੈਂਡਰ ਡਿਵੈਲਪਮੈਂਟ ਦੇ ਵਿੱਚ ਰੋਲ ਅਦਾ ਕਰਦੇ ਨੇ। ਸਾਡੀ ਨੇਚਰ, ਸਾਡਾ ਬਿਹੇਵੀਅਰ ਅਤੇ ਸਾਡਾ ਜਿਹੜਾ ਇਹ ਇਨਵਾਇਰਮੈਂਟਲ ਜਾਂ ਸੋਸ਼ਲ ਫੈਕਟਰਸ ਨੇ ਜਿਹੜੇ ਉਹ ਪ੍ਰਭਾਵਿਤ ਕਰਦੇ ਨੇ ਜੈਂਡਰ ਨੂੰ। ਅੱਗੇ ਸਾਡੇ ਕੋਲ ਹੈਗੀ ਕੋਲਬਰਗਸ ਥਿਊਰੀ। ਹੁਣ ਕੋਲਬਰਗ ਨੇ ਕੀ ਕਿਹਾ ਜੈਂਡਰ ਡਿਵੈਲਪਮੈਂਟ ਲਈ? ਕੋਲਬਰਗ ਪ੍ਰਪੋਜ਼ਡ ਦੈਟ as children develop an understanding of gender, they become more motivated to match their behavior to gender norms। ਜਿਵੇਂ ਹੀ ਬੱਚੇ ਨੇ ਜਿਹੜੇ ਉਹ ਡਿਵੈਲਪ ਹੁੰਦੇ ਨੇ, ਵੱਡੇ ਹੁੰਦੇ ਨੇ ਅਤੇ ਜੈਂਡਰ ਪ੍ਰਤੀ ਅੰਡਰਸਟੈਂਡਿੰਗ ਹੁੰਦੀ ਆ, ਉਹਨਾਂ ਨੂੰ ਆਪਣੇ ਜੈਂਡਰ ਦਾ ਪਤਾ ਲੱਗਦਾ ਹੈ, ਤਾਂ ਉਹ ਜ਼ਿਆਦਾ ਪ੍ਰੇਰਿਤ ਹੁੰਦੇ ਨੇ ਕਿ ਆਪਣੇ ਬਿਹੇਵੀਅਰ ਨੂੰ ਆਪਣੇ ਜੈਂਡਰ ਦੇ ਅਕੋਰਡਿੰਗ ਚੇਂਜ ਕਰਨ। ਕੋਲਬਰਗ ਐਮਫਸਾਈਜ਼ਡ significant motivating role of gender constancy, which is the developing understanding that gender is permanent and immutable category। Gender constancy knowledge is believed to develop in 3 stages। ਕਿਹੜੀਆਂ 3 stages ਨੇ ਉਹ? knowledge of whether you are boy or girl, ਪਹਿਲੀ ਸਟੇਜ ਹੈਗੀ ਜੈਂਡਰ ਆਈਡੈਂਟੀਟੀ। ਫਿਰ ਹੈ knowledge that gender is the same throughout life, gender stability। ਫਿਰ ਹੈਗੀ knowledge that gender doesn't change, gender consistency। ਤਾਂ ਇਹ 3 ਸਟੇਜਿਸ ਨੂੰ ਇਹਨੇ ਕਵਰ ਕੀਤਾ ਹੈ ਜੈਂਡਰ ਡਿਵੈਲਪਮੈਂਟ ਦੇ ਰੂਪ ਦੇ ਵਿੱਚ। ਸਾਡੀ ਅਗਲੀ ਜਿਹੜੀ ਥਿਊਰੀ ਆ ਉਹ ਹੈ psychodynamic approach। According to this approach, family dynamics influence individuals at a subconscious level, and this leads to the development of internal gender identities। ਤਾਂ ਫੈਮਿਲੀ ਡਾਇਨਾਮਿਕਸ ਨੇ ਜਿਹੜੇ ਉਹ ਵਿਅਕਤੀ 'ਤੇ ਪ੍ਰਭਾਵ ਪਾਉਂਦੇ ਨੇ, ਉਸਦੇ ਸਬ ਕੌਨਸ਼ੀਅਸ ਜਿਹੜੇ ਲੈਵਲ ਨੇ ਮਾਈਂਡ ਦੇ, ਉਹਨਾਂ ਨੂੰ ਲੈ ਕੇ ਜਾਂਦੇ ਨੇ ਡਿਵੈਲਪਮੈਂਟ ਦੇ ਰਸਤੇ 'ਤੇ ਅਤੇ ਜੈਂਡਰ ਆਈਡੈਂਟੀਟੀ ਵੱਲ ਨੂੰ। ਤਾਂ ਇਸ ਤਰ੍ਹਾਂ ਨਾਲ ਇਹ ਸੀਗੀਆਂ ਅਪਰੋਚਿਸ ਜਿਹੜੀਆਂ ਸਾਨੂੰ ਜੈਂਡਰ ਡਿਵੈਲਪਮੈਂਟ ਬਾਰੇ ਦੱਸਦੀਆਂ ਨੇ ਕਿ ਸਾਈਕੋਲੋਜੀਕਲ ਫੈਕਟਰਸ ਕਿਹੜੇ ਨੇ ਜਿਹੜੇ ਜੈਂਡਰ ਨੂੰ ਡਿਵੈਲਪ ਕਰਨ ਦੇ ਵਿੱਚ ਯੋਗਦਾਨ ਪਾਉਂਦੇ ਨੇ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਕਾਫੀ। ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਅਗਲਾ ਕੰਸੈਪਟ ਲੈ ਕੇ। ਓਕੇ, ਥੈਂਕਸ।